हेलो एवरीवन, मैं रणदीप सिंह मैनेजिंग डायरैक्टर फॉरेन लैंग्वेजेस इंस्टीट्यूट फगवाड़ा तो ਅੱਜ ਦੇ ਦਿਨ 'ਚ ਇੱਕ ਬਹੁਤ ਵੱਡਾ ਮਸਲਾ ਇਹ ਹੈ ਕਿ ਮੇਰਾ ਵੀਜ਼ਾ ਆ ਨਹੀਂ ਰਿਹਾ, ਕਿਸੇ ਹੋਰ ਦਾ ਆ ਗਿਆ। ਉਹਨਾਂ ਨੇ ਇਸ ਕੈਟਾਗਰੀ 'ਚ ਲਾਇਆ ਸੀ ਜਾਂ ਉਹਨਾਂ ਨੇ ਕੋਈ ਹੋਰ ਵੀਜ਼ਾ ਲਾਇਆ ਸੀ, ਉਹਦਾ ਵੀਜ਼ਾ ਆ ਗਿਆ, ਮੇਰਾ ਕਿਉਂ ਨਹੀਂ ਆਇਆ, ਮੇਰਾ ਪਹਿਲਾਂ ਲੱਗਾ ਸੀ, ਮੇਰਾ ਬਾਅਦ 'ਚੋਂ ਲੱਗਾ ਸੀ। ਉਹ ਸਾਰੇ ਕੰਸਰਨ ਨੂੰ ਐਡਰੈਸ ਕਰਾਂਗੇ ਇਸ ਵੀਡੀਓ ਦੇ ਵਿੱਚ, ਕਿਉਂਕਿ ਦਿਸ ਵੀਡੀਓ ਇਜ਼ ਅਬਾਊਟ ਪ੍ਰੋਸੈਸਿੰਗ ਟਾਈਮਸ ਫॉर ਵੀਜ਼ਾ ਐਪਲੀਕੇਸ਼ਨਸ। ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕੈਨੇਡਾ ਦੇ ਲਈ ਸਪੈਸੀਫਿਕਲੀ ਵੀਜ਼ਾ ਪ੍ਰੋਸੈਸਿੰਗ ਦਾ ਟਾਈਮ ਕਿੰਨਾ ਚੱਲ ਰਿਹਾ ਫॉर ਸੈਪਰੇਟ ਕੈਟਾਗਰੀਜ਼। ਤਾਂ ਮੈਂ ਮੋਸਟ ਲਾਈਕਲੀ ਜਿਹੜੀਆਂ ਜਨਰਲ ਕੈਟਾਗਰੀਜ਼ ਦੇ ਵਿੱਚ ਸਾਡੇ ਇੰਡੀਅਨ ਸਟੂਡੈਂਟਸ ਜਾਂ ਸਾਡੇ ਭੈਣ ਭਰਾ ਅਪਲਾਈ ਕਰਦੇ, ਮੈਂ ਉਹਨਾਂ ਨੂੰ ਐਡਰੈਸ ਕਰੂੰਗਾ just because there has been a lot of information। मैं ਇੱਥੇ paper use ਕਰੂੰਗਾ, so excuse me for that। so if we talk about TRV visas, temporary visas, ਜਿਹੜੇ visitor visas apply ਕਰ ਰਹੇ ਆ on in an average ਜਿਹੜਾ ਕੈਨੇਡਾ ਉਹ timeline ਦੇ ਰਿਹਾ that's 120 days, although from my personal experience recently around 2 ਮਹੀਨੇ ਦੇ ਵਿੱਚ ਰਿਜ਼ਲਟਸ ਆ ਰਹੇ ਆ। ਜੇ ਅਸੀਂ TRV ਦੇ ਵਿੱਚ ਸੁਪਰ ਵੀਜ਼ਾ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਪੈਰੈਂਟਸ ਜਾਂ ਗ੍ਰੈਂਡ ਪੈਰੈਂਟਸ ਕੈਟਾਗਰੀ ਆਉਂਦੀ ਹੈ, ਉਹਨਾਂ ਨੂੰ ਅਪਰੋਕਸੀਮੇਟਲੀ 15 ਕੁ ਦਿਨ ਐਕਸਟਰਾ ਲੱਗ ਜਾਊਗਾ, ਵਿਚ ਮੀਨਸ ਅਪਰੋਕਸੀਮੇਟਲੀ 335 ਡੇਜ਼ ਅਪਰੋਕਸੀਮੇਟ ਟਾਈਮ ਦੇ ਰਿਹਾ ਕੈਨੇਡਾ ਇਮੀਗ੍ਰੇਸ਼ਨ। ਔਨ ਐਨ ਐਵਰੇਜ ਇੰਨਾ ਟਾਈਮ ਲੱਗ ਵੀ ਰਿਹਾ ਹੈ। ਜੇ ਅਸੀਂ ਵਰਕ ਪਰਮਿਟਸ ਦੀ ਗੱਲ ਕਰਦੇ ਹਾਂ, ਵੈਦਰ ਇਟਸ ਕਲੋਜ਼ਡ, it's LMIA based or it's an open spouse work permit, I repeat, whether it's an open spouse work permit, closed work permits or LMIA based work permits, around 52 weeks is the processing time ਜਿਹੜਾ Canadian immigration ਦੇ ਰਿਹਾ ਹੈ, which means almost 1 year of time। Patience ਰੱਖ ਕੇ ਚੱਲਿਓ ਜਦੋਂ ਵੀ ਅਪਲਾਈ ਕਰ ਰਹੇ ਹੋ for work permits at this moment in time। I know there has been visas in the industry market ਦੇ ਵਿੱਚ ਦੇਖਿਆ ਕਿ ਕੁਝ visas randomly ਆਏ ਆ ਜਿਹੜੇ 6 ਮਹੀਨੇ 7 ਮਹੀਨੇ 8 ਮਹੀਨੇ 'ਚ ਆ ਗਏ, ਬਟ 1 year is the standard time ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਦੇ ਰਿਹਾ ਹੈ। ਨੋਰਮਲੀ ਜਿਹੜਾ ਜਲਦੀ ਵੀਜ਼ਾ ਆ ਜਾਂਦੇ ਆ ਕਿਉਂਕਿ ਸਪਾਊਸ ਵੀਜ਼ਾ ਜਾਂ ਵਰਕ ਪਰਮਿਟਸ ਬੜੇ ਟੈਕਨੀਕਲ ਵੀਜ਼ਾਸ ਹੁੰਦੇ ਆ, ਉਹਦੇ 'ਚ ਬਹੁਤ ਸਾਰੀ ਇਨਫੋਰਮੇਸ਼ਨ ਕੰਪਾਈਲ ਕਰਕੇ ਲੱਗਦੀ ਹੈ ਐਂਡ ਦੇ ਮਾਈਟ ਨੀਡ ਫਰਦਰ ਰਿਵਿਊਜ਼ ਜਾਂ ਕੁਝ ਫਰਦਰ ਇਨਫੋਰਮੇਸ਼ਨ ਮੰਗ ਲੈਂਦੇ ਆ, ਉਹਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ। ਫਰਦਰ ਇਨਫੋਰਮੇਸ਼ਨ ਆਈ, ਉਹਦੇ 'ਚ ਤੁਹਾਨੂੰ 28 ਡੇਜ਼ ਦਾ ਟਾਈਮਲਾਈਨ ਮਿਲਿਆ, ਤੁਸੀਂ ਸਬਮਿਟ ਕੀਤੀ, ਉਹ ਸਬਮਿਸ਼ਨ ਕਨਫਰਮੇਸ਼ਨ ਆਈ, ਉਹਨਾਂ ਨੂੰ ਕੇਸ ਆਫਿਸਰ ਨੇ ਚੈੱਕ ਕੀਤਾ, ਫਿਰ ਦੁਬਾਰਾ ਇਟ ਗੋਜ਼ ਟੂ ਦ ਲਾਈਨ ਟੀਮ ਐਂਡ ਫਿਰ ਹੋ ਸਕਦਾ ਕੇਸ ਆਫਿਸਰ ਨੂੰ ਦੁਬਾਰਾ ਰਿਵਿਊ ਦੀ ਲੋੜ ਪਵੇ ਐਂਡ ਦੇ ਆਰ ਰਿਵਿਊਇੰਗ ਦ ਹੋਲ ਐਪਲੀਕੇਸ਼ਨ ਬੈਕ ਅਗੈਨ ਕਿ ਉਹ ਜਿਹੜੀ ਨਵੀਂ ਇਨਫੋਰਮੇਸ਼ਨ ਆ ਉਹ ਪੂਰੀ ਸੈਂਸ ਬਣਾ ਰਹੀ ਜਾਂ ਨਹੀਂ ਬਣਾ ਰਹੀ। ਸੋ 52 ਵੀਕਸ ਇਜ਼ ਦ ਸਟੈਂਡਰਡ ਟਾਈਮ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਐਟ ਦਿਸ ਇਸ ਵੇਲੇ ਦੇ ਰਿਹਾ। ਇੰਟਰਸਟਿੰਗਲੀ ਸਟੱਡੀ ਪਰਮਿਟ ਦੀ ਜੇ ਗੱਲ ਕਰੀਏ, ਰੀਸੈਂਟਲੀ ਉਹ 14-13 ਵੀਕਸ ਦੇ ਅਰਾਊਂਡ ਟਾਈਮਲਾਈਨ ਦੇ ਰਹੀ ਸੀ। ਨਾਓ ਇਟ ਹੈਜ਼ ਬੀਨ ਸ਼ਾਰਟ ਲਿਸਟਡ ਟੂ 12 ਵੀਕਸ which means less than 3 months। ਜੇ ਨੰਬਰ ਆਫ ਡੇਜ਼ ਕਾਊਂਟ ਕਰੀਏ ਤਾਂ 2.5 ਮਹੀਨੇ ਦੇ ਆਸ-ਪਾਸ ਰਿਜ਼ਲਟ ਨੂੰ ਟਾਈਮ ਲੱਗ ਰਿਹਾ, which is perfectly fine at this moment in time। it's a progress, ਕਾਫੀ ਪ੍ਰੋਗਰੈਸ ਰਹੀ ਹੈ ਪਿੱਛੇ ਜਿੰਨਾ ਡਿਲੇ ਰਿਹਾ ਹੈ। one more thing, there has been a major delay for students ਜਿਹੜੇ ਹਜੇ ਵੀ ਮੌਂਟਰੀਅਲ ਅਪਲਾਈ ਕਰ ਰਹੇ ਹੋ। I'm not saying ਕਿ ਮੌਂਟਰੀਅਲ ਦੇ ਵਿੱਚ ਹੁਣ ਪ੍ਰੋਬਲਮ ਹੈ ਜਾਂ ਨਹੀਂ ਹੈ, that's a topic for another video, ਉਹ ਇੱਕ ਸੈਪਰੇਟ ਵੀਡੀਓ ਉੱਤੇ ਬਣਾ ਸਕਦੇ ਹਾਂ। ਪਰ ਜੇ ਅਸੀਂ ਟਾਈਮ ਲਾਈਨ ਜਾਂ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤਾਂ ਮੌਂਟਰੀਅਲ ਦੇ ਜਾਂ ਕਿਊਬੈਕ ਦੇ ਇਨ ਜਨਰਲ ਜਿਹੜੇ ਵੀਜ਼ਾਸ ਆ ਰਹੇ ਆ ਉਹ ਨੋਰਮਲ ਟਾਈਮ ਲਾਈਨ ਨਾਲੋਂ ਥੋੜ੍ਹਾ ਜਿਹਾ ਵੱਧ ਟਾਈਮ ਲੈ ਰਹੇ ਆ। ਸੋ ਬੀ ਪੇਸ਼ੈਂਟਸ ਵਿਦ ਦੈਟ। ਜੇ ਤੁਹਾਡਾ ਨਹੀਂ ਆਇਆ, ਦੇਰ ਇਜ਼ ਨਥਿੰਗ ਟੂ ਵਰੀ, ਤੁਹਾਡਾ ਹਜੇ ਵੀ ਪ੍ਰੋਸੈਸ ਦੇ ਵਿੱਚ ਹੈਗਾ ਐਂਡ ਦੇ ਆਰ ਪ੍ਰੋਸੈਸਿੰਗ ਯੂਰ ਐਪਲੀਕੇਸ਼ਨਸ ਐਜ਼ ਕੁਇਕ ਐਜ਼ ਪੋਸੀਬਲ। ਜੇ ਫੋਰਨ ਸਕਿਲਡ ਵਰਕਰ ਦੀ ਪ੍ਰੋਗਰਾਮ ਦੀ ਗੱਲ ਕਰੀਏ, ਐਕਸਪ੍ਰੈਸ ਐਂਟਰੀ, ਅਗੇਨ ਅ ਮੇਜਰ ਡਿਲੇ। ਇਟਸ ਅ ਗ੍ਰੇਟ ਪ੍ਰੋਗਰਾਮ, ਇਟ ਵਾਜ਼ ਅ ਗ੍ਰੇਟ ਪ੍ਰੋਗਰਾਮ। ਪਿਛਲੇ 1-1.5 ਸਾਲ ਤੋਂ ਦੇਰ ਹੈਜ਼ ਬੀਨ ਨੋ ਮੂਵਮੈਂਟਸ ਇਨ ਦੈਟ, ਕੋਈ ਪ੍ਰੋਗਰੈਸ ਨਹੀਂ ਆਇਆ ਉਹਦੇ 'ਚ। ਜਿਹਨਾਂ ਦੇ ਕੋਲ COPRs ਐਕਸਪਾਇਰ ਹੋਈਆਂ ਸੀ ਉਹ ਵੇਟ ਕਰ ਰਹੇ ਆ, ਜਿਹਨਾਂ ਨੂੰ ਇਨਵੀਟੇਸ਼ਨਸ ਆਏ ਸੀ ਸਬਮਿਟ ਕਰਕੇ ਬੈਠੇ ਉਹ ਵੇਟ ਕਰ ਰਹੇ ਆ। ਫਰਦਰ ਪ੍ਰੋਬਲਮਸ ਆ ਰਹੀਆਂ, ਕਿਸੇ ਨੂੰ PCC ਡੇਟ ਨਹੀਂ ਮਿਲ ਰਹੀ ਜਾਂ ਕੁਛ ਹੋਰ ਦਿੱਕਤ ਆ ਰਹੀ ਹੈ, ਕੁਛ ਮੈਡੀਕਲਸ ਨਹੀਂ ਮਿਲ ਰਹੇ। ਦੇਰ ਹੈਜ਼ ਬੀਨ ਗ੍ਰੇਟ ਪ੍ਰੋਬਲਮਸ, ਬਟ ਉਹਦਾ ਪ੍ਰੋਸੈਸਿੰਗ ਟਾਈਮ ਐਟ ਦਿਸ ਮੋਮੈਂਟ ਇਨ ਟਾਈਮ ਜਿਹੜਾ CIC ਨੇ ਮੈਨਸ਼ਨ ਕੀਤਾ ਦੈਟਸ 27 months। ਅੰਡਰਸਟੈਂਡੇਬਲੀ ਬਹੁਤ ਲੰਬਾ ਟਾਈਮ ਹੈ, 2.25 ਸਾਲ ਦੇ ਅਰਾਊਂਡ। ਪਰ there is a good news development recently। Honorable Immigration Minister of Canada ਮਿਸਟਰ ਸ਼ੌਨ ਫਰੇਜ਼ਰ ਨੇ ਇਹ ਅਨਾਊਂਸ ਕੀਤਾ ਕਿ ਜੁਲਾਈ 2022 ਤੋਂ ਐਕਸਪ੍ਰੈਸ ਐਂਟਰੀ ਇਜ਼ ਗੋਇੰਗ ਟੂ ਰਿਜ਼ਿਊਮ ਬੈਕ ਅਗੈਨ। ਦਾ ਪ੍ਰੋਗਰਾਮ ਆ ਰਿਹਾ ਦੁਬਾਰਾ ਤੋਂ ਵਿਦ ਦ ਫਰਦਰ ਇੰਪਲੀਕੇਸ਼ਨ ਐਂਡ ਇਨਫੋਰਮੇਸ਼ਨ ਕਿ ਉਹਦੀ ਪ੍ਰੋਸੈਸਿੰਗ ਟਾਈਮ ਜੁਲਾਈ ਔਨਵਰਡਸ ਕਾਫੀ ਘੱਟ ਹੋ ਜਾਏਗੀ। ਨਾਟ ਦੈਟ ਸਟੈਂਡਰਡ ਟਾਈਮ 6 ਮਹੀਨੇ ਦਾ ਇਨੀਸ਼ੀਅਲੀ ਸੀ, ਉਹ ਤਾਂ ਚਲੋ ਫਿਲਹਾਲ ਦੇ ਟਾਈਮ 'ਤੇ ਪ੍ਰੈਕਟੀਕਲ ਨਹੀਂ ਹੋਏਗਾ ਕਿਉਂਕਿ ਬੈਕਲੌਗ ਬਹੁਤ ਮੇਜਰ ਪਈ ਹੈ ਹਰ ਪ੍ਰੋਗਰਾਮ ਦੇ ਵਿੱਚ ਇਨਕਲੂਡਿੰਗ ਦਿਸ ਪ੍ਰੋਗਰਾਮ। ਅਤੇ ਕਿਉਂਕਿ ਪਰਮਾਨੈਂਟ ਰੈਸੀਡੈਂਸੀ ਹੈ ਉਹਨੂੰ ਸਕਰੂਟਨਾਈਜ਼ ਵੀ ਜ਼ਿਆਦਾ ਕੀਤਾ ਜਾਂਦਾ। ਬਟ ਸਟੇ ਸਟਰੋਂਗ। ਜੇ ਤੁਹਾਡਾ ਡਿਸੀਜਨ ਸੀ ਐਕਸਪ੍ਰੈਸ ਐਂਟਰੀ 'ਚ ਅਪਲਾਈ ਕਰਨਾ ਐਂਡ ਯੂ ਆਰ ਥਿੰਕਿੰਗ ਕਿ ਹੁਣ ਵੀ ਫਡਲ ਹੋ ਗਏ ਆ ਕਿ ਕਰਾਂ ਜਾਂ ਨਹੀਂ ਕਰਾਂ, ਸਟਿਕ ਟੂ ਇਟ। ਦ ਪ੍ਰੋਗਰਾਮ ਇਜ਼ ਗੋਇੰਗ ਟੂ ਸਟਾਰਟ ਅਗੈਨ। ਜੁਲਾਈ ਦੇ ਵਿੱਚ ਸਟਾਰਟ ਹੋ ਰਿਹਾ ਦੁਬਾਰਾ ਤੋਂ ਪ੍ਰੋਗਰਾਮ, ਸਟਿਕ ਵਿਦ ਦੈਟ।
सो जे PNPs की गल करिए अगैन वैरी बड़ा नॉर्मली क्वेश्चन आता है सानू काफ़ी बार PNP प्रोग्राम्स की गल करिए PNPs दो तरीके नाल अलाइन होंदियां कुछ मेजर PNPs एक्सप्रैस एंट्री के थ्रू अलाइन होंदियां सो ਜਿਹੜੀ भी PNPs एक्सप्रैस एंट्री के थ्रू अलाइन हो रही हैं द एवरेज टाइम गिवन बाय CAC is 22 months अगैन दिस इज़ जस्ट अ प्रोबेबल टाइम कुछ प्रोविंशियल नॉमिनी प्रोग्राम जल्दी भी आ रहे हैं जे PNP प्रोग्राम्स विदाउट एक्सप्रैस एंट्री ਜਿਹੜੇ ਅਲਾਈਨਡ ਨਹੀਂ ਐਕਸਪ੍ਰੈਸ ਐਂਟਰੀ ਨਾਲ ਉਹਨਾਂ ਦੀ ਗੱਲ ਕਰੀਏ ਤਾਂ ਪ੍ਰੋਸੈਸਿੰਗ ਟਾਈਮ ਇਜ਼ ਫਰਦਰਡ ਬਾਈ 6 months which means approximately 28 ਮਹੀਨੇ ਦਾ ਵੇਟਿੰਗ ਟਾਈਮ ਹੈ ਐਂਡ ਜੈਨੂਇਨਲੀ ਇੰਨਾ ਟਾਈਮ ਲੱਗ ਵੀ ਰਿਹਾ PNPs ਜਾਂ ਐਕਸਪ੍ਰੈਸ ਐਂਟਰੀ ਤੋਂ ਇਲਾਵਾ ਜੇ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਗੱਲ ਕਰੀਏ ਜਿਹੜਾ ਹੁਣੀ ਪਰਮਾਨੈਂਟ ਪ੍ਰੋਗਰਾਮ ਅਨਾਊਂਸ ਹੋਇਆ ਐਵਰੇਜ ਪ੍ਰੋਸੈਸਿੰਗ ਟਾਈਮ ਇਜ਼ 14 months ਅਗੈਨ ਬਿਗ ਟਾਈਮ ਪਰ ਇਹ ਹੈ ਕਿ ਜੇ ਇਫ ਯੂ ਆਰ ਗੈਟਿੰਗ yourself a job offer from a designated employer in AIP that's a stable option ਬਹੁਤ ਅੱਛਾ ਪ੍ਰੋਗਰਾਮ ਹੈ ਮੋਸਟਲੀ ਉਹਨਾਂ ਦੇ ਵਿੱਚ ਕੋਈ ਰਿਫਿਊਜ਼ਲ ਦੇ ਕਾਰਨ ਨਹੀਂ ਰਹਿੰਦੇ ਲਾਸਟ ਬਟ ਨਾਟ ਦ ਲੀਸਟ CEC ਪ੍ਰੋਗਰਾਮ ਕੈਨੇਡੀਅਨ ਐਕਸਪੀਰੀਅੰਸ ਕਲਾਸ ਸਾਡੇ ਬੱਚੇ ਜਾਂ ਸਾਡੇ ਵਰਕਰਸ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਨੇ ਉਹਨਾਂ ਕੋਲ 1 ਸਾਲ ਦਾ ਪ੍ਰੋਗਰਾਮ 1 ਸਾਲ ਦਾ ਐਕਸਪੀਰੀਅੰਸ ਹੋ ਚੁੱਕਾ ਆਲਰੇਡੀ ਇਨ ਸਕਿਲਡ NOC 0A ਜਾਂ B ਦੇ ਵਿੱਚ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਔਨ ਐਨ ਐਵਰੇਜ 8 months ਚੱਲ ਰਿਹਾ ਆਈ ਨੋ ਇਹ ਸਾਰੇ ਪ੍ਰੋਸੈਸਿੰਗ ਟਾਈਮਸ ਬਹੁਤ ਜ਼ਿਆਦਾ ਸੁਣ ਕੇ ਪੈਨਿਕ ਹੁੰਦੇ ਆ ਤੁਸੀਂ ਡਰ ਲੱਗਦਾ ਪੈਰਾਨੋਇਆ ਹੁੰਦਾ ਤੁਸੀਂ ਕਿਸੇ ਜਰਨੀ ਦੇ ਉੱਤੇ ਕਿਸੇ ਪਾਰਟ ਦੇ ਉੱਤੇ ਹੋ ਤੁਹਾਡਾ ਫਿਊਚਰ ਉਸ ਪਾਰਟ 'ਤੇ ਡਿਪੈਂਡੈਂਟ ਕਰਕੇ ਬੈਠਾ ਹੈ ਹੁਣ ਮੈਂ ਉਸ ਫਿਊਚਰ ਨੂੰ ਉੱਤੇ ਰਿਲਾਈ ਕਰਕੇ ਬੈਠਾ ਜਾਂ ਮੈਂ ਕੋਈ ਆਲਟਰਨੇਟ ਆਪਸ਼ਨ ਦੇਖਾਂ ਸੋ ਆਈ ਵੁੱਡ ਰੀਅਲੀ ਸੁਜੈਸਟ ਐਵਰੀਵਨ ਜੇ ਤੁਹਾਡੀ ਪ੍ਰੋਫਾਈਲ ਸਟਰੋਂਗ ਹੈ ਐਂਡ ਯੂ ਵੈਰੀ ਵੈਲ ਨੋ ਅੱਜ ਦੀ ਡੇਟ 'ਚ ਕੈਨੇਡਾ ਜਾਣ ਵਾਲਾ ਹਰ ਬੱਚਾ ਹਰ ਪਰਸਨ ਹਰ ਇੰਪਲੋਈ ਹਰ ਮੈਚਿਓਰਡ ਐਪਲੀਕੈਂਟ ਬਹੁਤ ਨੌਲੇਜੇਬਲ ਹੈ ਬਹੁਤ ਇੰਟੈਲੀਜੈਂਟ ਹੈ ਉਹਨਾਂ ਨੂੰ ਪਤਾ ਹੈ ਮੇਰੀ ਪ੍ਰੋਫਾਈਲ ਕਿੰਨੀ ਸਟਰੋਂਗ ਹੈ ਆਸਕ ਯੂਰ ਹਰਟ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਮੇਰੀ ਪ੍ਰੋਫਾਈਲ ਇਜ਼ ਅ ਕੈਪੇਬਲ ਪ੍ਰੋਫਾਈਲ ਤਾਂ ਵੇਟ ਫॉर ਇਟ ਇਟਸ ਵੇਟ ਦ ਵਰਥ ਆਈ ਐਮ ਟੈਲਿੰਗ ਯੂ ਟੁਡੇ ਕਿ ਜੇ ਤੁਸੀਂ ਵੇਟ ਕਰਦੇ ਹੋ ਅਤੇ ਜੇ ਤੁਸੀਂ ਇੱਕ ਸੂਟੇਬਲ ਐਪਲੀਕੈਂਟ ਹੋ ਤੁਹਾਡਾ ਫਰੂਸ਼ਨ ਮਿਲੇਗਾ ਐਂਡ ਫਰੂਸ਼ਨ ਇਜ਼ ਗੋਇੰਗ ਟੂ ਬੀ ਬੈਟਰ ਐਂਡ ਸੂਨਰ ਦੈਨ ਵੀ ਕੈਨ ਐਕਸਪੈਕਟ ਫੋਰ ਵੈਦਰ ਇਟਸ ਸਟੂਡੈਂਟ ਵਰਕ PNPs PR AIP CECs ਕਿਸੇ ਵੀ ਕੈਟੇਗਰੀ 'ਚੋਂ ਸੋ ਵੀਡ ਰੀਅਲੀ ਸੁਜੈਸਟ ਸਟੇ ਸਟਰੋਂਗ ਮੋਟੀਵੇਟਿਡ ਰਹੋ ਆਈ ਨੋ ਸਕਸੈਸ ਬਹੁਤ ਔਖੀ ਮਿਲਦੀ ਹੈ ਪਰ ਜਦੋਂ ਮਿਲਦੀ ਹੈ ਉਹਦਾ ਸਵਾਦ ਵੀ ਉਨਾ ਹੀ ਜ਼ਿਆਦਾ ਹੁੰਦਾ ਜਦੋਂ ਔਖੀ ਮਿਲਦੀ ਹੁੰਦੀ So thank you so much for watching this video. The motive of this video was कि एक calmness ले आई जावे इन्हें सारे conundrum ਦੇ ਵਿੱਚ कि शांत हो के ਸਾਨੂੰ ਪਤਾ ਹੋਣਾ ਚਾਹੀਦਾ ਮੈਨੂੰ ਕਿੰਨਾ ਟਾਈਮ ਹੋਰ ਲੱਗ ਸਕਦਾ ਆਈ ਨੋ ਇਟਸ ਅ ਪ੍ਰੋਬੇਬਲ ਟਾਈਮ ਕਿਸੇ ਦਾ ਪਹਿਲਾਂ ਆ ਗਿਆ ਉਹਨੂੰ ਇਹ ਗਲਤ ਲੱਗਦਾ ਹੋਏਗਾ ਕਿਸੇ ਦਾ ਲੇਟ ਆ ਰਿਹਾ ਇਸ ਤੋਂ ਵੀ ਤੁਹਾਨੂੰ ਲੱਗਦਾ ਹੋਏਗਾ ਦਿਸ ਇਜ਼ ਰੋਂਗ ਔਰ ਵਾਟ ਬਟ ਦਿਸ ਇਜ਼ ਦ ਐਵਰੇਜ ਟਾਈਮ ਜਿਹੜਾ CIC ਨੇ ਸੌਰੀ ਅਨਾਊਂਸ ਕੀਤਾ ਐਂਡ ਦਿਸ ਇਜ਼ ਕ੍ਰੈਡੀਬਲ ਇਨਫੋਰਮੇਸ਼ਨ ਫਰਮ ਕੈਨੇਡਾ ਹਾਇਰ ਅਥਾਰਟੀਜ਼ ਹਾਈ ਕਮਿਸ਼ਨ ਆਫ ਕੈਨੇਡਾ So thank you so much for watching this video again. Don't forget to like and share this video as much as possible ताकि again साडा motive पूरा हो सके ज़्यादा तो ज़्यादा knowledge spread हो सके and more importantly don't forget to subscribe the channel जे तुसी अजे तक नहीं कीता ते जे तुसी कर चुके हो please ask others to subscribe the channel as well. Thank you so much for watching this video. Good day.